परमात्मा ने 35 साल बाद माता जी ਨੂੰ ਮਿਲਾਇਆ ਤੁਹਾਡੇ ਨਾਲ ਕਿਉਂਕਿ ਇੱਕ ਸੈਕਿੰਡ ਵੀ ਬੱਚਾ ਜਿਹੜਾ ਹੈਗਾ ਮਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਜਦੋਂ ਮੈਂ ਪੈਦਾ ਹੋਣਾ ਆ ਮੈਂ 6 ਮੰਥ ਦਾ ਸੀ ਔਰ ਮੇਰੇ ਫਾਦਰ ਸਾਹਿਬ ਦੀ ਐਕਸੀਡੈਂਟ ਕਰਕੇ ਜਿਹੜੀ ਉਹ ਮੌਤ ਹੋ ਜਾਂਦੀ ਹੈ ਔਰ ਮੇਰੀ ਮਾਂ ਜਿਹੜੀ ਕਿਉਂਕਿ ਇਹ ਸਾਰੀ ਸਟੋਰੀ ਮੈਨੂੰ ਹੁਣ ਪਤਾ ਲੱਗੀ ਹੈ ਕੁਝ ਹੀ ਸਾਲਾਂ ਤੋਂ ਔਰ ਜਿਹੜੀ ਮੇਰੀ ਮਾਂ ਸੀ ਉਹ ਮੈਨੂੰ 1 ਸਾਲ ਤੱਕ ਆਪਣਾ ਦੁੱਧ ਵੀ ਪਿਲਾਇਆ ਉਸ ਮਾਂ ਨੇ ਔਰ 2-3 ਸਾਲ ਤੱਕ ਮੇਰੇ ਨਾਲ ਰਹੀ, ਮੈਨੂੰ ਪਾਲਿਆ ਔਰ ਘਰ ਦੇ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ ਸ਼ਾਇਦ ਉਸ ਗੱਲਾਂ ਦਾ ਮੈਨੂੰ ਇਲਮ ਨਹੀਂ ਹੈਗਾ ਕਿਉਂਕਿ ਜਿਨ੍ਹਾਂ ਨੂੰ ਪਤਾ ਸੀਗਾ ਉਹ ਵੀ ਇਸ ਦੁਨੀਆ 'ਤੇ ਹੁਣ ਨਹੀਂ ਰਹੇ। ਔਰ ਜਦੋਂ 3-4 ਸਾਲ ਦੇ ਸੀ ਔਰ ਮੇਰੇ ਨਾਨਕਾ ਪਰਿਵਾਰ ਔਰ ਮੇਰੇ ਦਾਦਕਾ ਪਰਿਵਾਰ ਉਹਨਾਂ ਦਾ ਆਪਸ ਦੇ ਵਿੱਚ ਕੀ ਸਮਝੌਤਾ ਹੋਇਆ ਇਹ ਉਹੀ ਜਾਣਦੇ ਹਨ ਔਰ ਕਈ ਕਾਰਨਾਂ ਕਰਕੇ ਪਤਾ ਨਹੀਂ ਇਹੋ ਜਿਹਾ ਕੀ ਕਾਰਨ ਬਣਿਆ ਕਿ ਮੇਰੀ ਮਾਂ ਨੂੰ ਮੈਨੂੰ ਛੱਡ ਕੇ ਜਾਣਾ ਪਿਆ। ਜਦੋਂ ਮੈਂ ਘਰ ਮੇਨਟੇਨ ਕਰਨਾ ਖੁਦ ਸ਼ੁਰੂ ਕੀਤਾ ਤਾਂ ਮੈਨੂੰ ਘਰ ਦੇ ਵਿੱਚੋਂ ਕੁਝ ਐਲਬਮਸ ਲੱਭਦੀਆਂ ਨੇ ਪੁਰਾਣੀਆਂ ਔਰ ਉਹ ਕਿਸੇ ਦੇ ਮੈਰਿਜ ਦੀਆਂ ਐਲਬਮ ਸੀ। ਤਾਂ ਮੈਨੂੰ ਪਹਿਲਾਂ ਵੀ 10ਵੀਂ ਤੱਕ ਕਿਤੇ ਨਾ ਕਿਤੇ ਡਾਊਟ ਹੁੰਦਾ ਆ ਰਿਹਾ ਸੀ ਕਿ ਸ਼ਾਇਦ ਮਤਲਬ ਮੇਰੇ ਫਰੈਂਡਸ ਦੇ ਜਿਹੜੇ ਪੇਰੈਂਟਸ ਨੇ ਉਹ ਥੋੜ੍ਹੇ ਯੰਗ ਲੱਗਦੇ ਔਰ ਮੇਰੇ ਜਿਹੜੇ ਪੇਰੈਂਟਸ ਸੀ ਉਹ ਥੋੜ੍ਹੇ ਓਲਡ ਸੀਗੇ ਤਾਂ ਮੈਨੂੰ ਕਿਤੇ ਨਾ ਕਿਤੇ ਥੋੜ੍ਹਾ ਡਾਊਟ ਉਹ ਚੀਜ਼ ਦਾ ਆਉਂਦਾ ਰਿਹਾ। ਅਚਾਨਕ ਮੇਰੀ ਜਿਹੜੀ ਉਹ ਐਲਬਮ ਸੀ ਉਹ ਮੈਂ ਆਪਣੇ ਦਾਦਾ ਜੀ ਨੂੰ ਦਿਖਾਈਆਂ ਔਰ ਉਹਨਾਂ ਨੂੰ ਪੁੱਛਿਆ ਕਿ ਇਹ ਕੌਣ ਹਨ ਤਾਂ ਉਹਨਾਂ ਨੇ ਉਸ ਸਮੇਂ ਮੈਨੂੰ ਗੱਲ 'ਚ ਲੈ ਕੇ ਮੈਨੂੰ ਦੱਸਿਆ ਕਿ ਇਹ ਤੇਰੇ ਮਦਰ ਔਰ ਫਾਦਰ ਸੀ ਜਿਨ੍ਹਾਂ ਦੀ ਕਾਰ ਐਕਸੀਡੈਂਟ 'ਚ ਮੌਤ ਹੋ ਗਈ ਸੀ। ਉਹਨਾਂ ਨੇ ਮੈਨੂੰ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਮੇਰੀ ਮਾਂ ਅਜੇ ਵੀ ਇਸ ਦੁਨੀਆ 'ਤੇ ਜ਼ਿੰਦਾ ਹੈ ਤਾਂ ਉਦੋਂ ਫਿਰ ਮੈਨੂੰ ਇੱਕ ਵਾਰੀ ਬਹੁਤ ਵੱਡਾ ਜ਼ਿੰਦਗੀ ਦਾ ਝਟਕਾ ਲੱਗਿਆ ਕਿ ਮਤਲਬ ਮੇਰੇ ਫਾਦਰ ਔਰ ਮਦਰ ਜਿਹੜੇ ਉਹ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਹਨ। 10th ਦੇ ਵਿੱਚ ਤੁਹਾਨੂੰ ਦੱਸ ਰਿਹਾ ਕਿ ਮੈਂ ਉਦੋਂ ਮਤਲਬ ਕਿ ਮੈਨੂੰ ਪਤਾ ਚੱਲਿਆ ਕਿ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਹੈ। +1 ਦੇ ਵਿੱਚ ਕੋਈ ਆਈ ਥਿੰਕ 18-19 ਸਾਲ ਦੀ ਏਜ ਹੋਏਗੀ ਤਾਂ ਉਸ ਸਮੇਂ ਮੈਨੂੰ ਪਤਾ ਚੱਲਿਆ ਕਿ ਮਤਲਬ ਮੇਰੇ ਫਾਦਰ ਔਰ ਮਦਰ ਦੀ ਡੈਥ ਹੋ ਗਈ ਹੈ ਲੇਕਿਨ ਇਹ ਨਹੀਂ ਸੀ ਪਤਾ ਕਿ ਮੇਰੀ ਮਾਂ ਅਜੇ ਵੀ ਇਸ ਦੁਨੀਆ 'ਤੇ। ਕੀਰਤਨ ਦੀ ਦੁਨੀਆ ਦੇ ਵਿੱਚ ਮੇਰਾ ਕਾਫੀ ਨਾਮ ਬਣਿਆ, ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਸਾਰਾ ਪਰਿਵਾਰ ਸਾਰਾ ਵਧੀਆ ਚੱਲ ਰਿਹਾ ਸੀਗਾ ਸਿਸਟਮ। ਤਾਂ ਅਚਾਨਕ ਜਦੋਂ ਮੈਂ ਖੁਦ ਮੈਚਿਓਰ ਹੁੰਦਾ ਆ ਤਾਂ ਮੈਨੂੰ ਕੁਝ ਰਿਸ਼ਤੇਦਾਰਾਂ ਪਾਸੋਂ ਜਾਂ ਕੁਝ ਇਹੋ ਜਿਹੇ ਕਲਿਊ ਮਿਲਣੇ ਸ਼ੁਰੂ ਹੋਏ ਕਿ ਮੈਨੂੰ ਮੇਰੀ ਪੁਰਾਣੀ ਸਟੋਰੀ ਜਿਹੜੀ ਆ ਉਹ ਦੁਬਾਰਾ ਪਤਾ ਲੱਗੀ ਕਿ ਮੇਰੇ ਸਿਰਫ ਪਿਤਾ ਜੀ ਦੀ ਮੌਤ ਹੋਈ ਸੀ ਔਰ ਕੁਝ ਕਾਰਨਾਂ ਕਰਕੇ ਮੇਰੀ ਮਾਂ ਜਿਹੜੀ ਆ ਉਹ ਮੇਰੇ ਤੋਂ ਵਿਛੜ ਗਈ। ਫਿਰ ਮੈਨੂੰ ਰੀਸੈਂਟਲੀ ਪਿਛਲੇ 5-7 ਸਾਲਾਂ ਤੋਂ ਇਸ ਚੀਜ਼ ਦਾ ਪਤਾ ਲੱਗਾ ਕਿ ਮੇਰੀ ਮਾਂ ਅਜੇ ਵੀ ਇਸ ਦੁਨੀਆ 'ਤੇ ਹੈ ਕਿਤੇ। ਸਟੇਜ ਦੇ ਉੱਤੇ ਕੀਰਤਨ ਕਰ ਰਿਹਾ ਸੀ ਔਰ ਇੱਕ ਲੇਡੀਜ਼ ਮੇਰੇ ਕੋਲ ਕੀਰਤਨ ਦੀ ਸਮਾਪਤੀ ਤੋਂ ਬਾਅਦ ਮੇਰੇ ਕੋਲ ਆ ਕੇ ਮੈਨੂੰ ਆਪਣੀਆਂ ਬਾਹਾਂ 'ਚ ਲੈ ਕੇ ਰੋਣ ਲੱਗ ਜਾਂਦੀ ਹੈ ਤਾਂ ਮੈਂ ਉਸ ਸੰਗਤ ਵੀ ਹੈਰਾਨ ਹੁੰਦੀ ਹੈ, ਮੈਂ ਵੀ ਹੈਰਾਨ। ਮੈਂ ਸ਼ਾਇਦ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਮੇਰਾ ਜਿਹੜਾ ਸ਼ਬਦ ਆ ਕੋਈ ਉਹ ਹਾਰਟ ਟੱਚਿੰਗ ਲੱਗਾ ਆ ਜਿਹਦਾ ਕਰਕੇ ਇਹਨਾਂ ਨੇ ਮੈਨੂੰ ਹੱਗ ਕੀਤਾ ਆ। ਬਟ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਉਹ ਲੇਡੀਜ਼ ਦੀਆਂ ਅੱਖਾਂ 'ਚ ਹੰਝੂ ਸੀ ਔਰ ਉਹ ਕਹਿ ਰਹੇ ਸੀ ਕਿ ਮੈਂ ਉਹ ਤੇਰੀ ਭੈਣ ਆ ਜਿਹਦੀ ਤੂੰ ਅੱਜ ਤੋਂ 10 ਸਾਲ ਪਹਿਲਾਂ ਜਾਨ ਬਚਾਈ ਸੀ। ਜੀ ਪਿਛਲੇ ਦਿਨੀ 19 ਤਰੀਕ ਨੂੰ ਜਦੋਂ ਅਸੀਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਫਲੱਡ ਜਿਹੜਾ ਉਹ ਚੱਲ ਰਿਹਾ, ਪਾਣੀ ਦੀ ਮਾਰ ਹੇਠ ਆਇਆ ਹੈ ਔਰ ਉਸੇ ਦੌਰਾਨ ਸਾਡੀਆਂ ਟੀਮਾਂ ਖਾਲਸਾ ਏਡ ਦੀਆਂ ਔਰ ਭਾਈ ਕਨ੍ਹਈਆ ਜੀ NGO ਵੱਲੋਂ ਅਸੀਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਸੀਗੇ ਰੈਸਕਿਊ ਟੀਮ ਦੇ ਨਾਲ ਔਰ ਉਸੇ ਦੌਰਾਨ ਮੇਰੀ ਭੂਆ ਜੀ ਦਾ ਮੈਨੂੰ ਫੋਨ ਆਉਂਦਾ ਆ। ਉਹ ਭੂਆ ਜੀ ਨੇ ਮੈਨੂੰ ਪੁੱਛਿਆ, ਵੈਸੇ ਨਾਰਮਲ ਉਹਨਾਂ ਨੇ ਗੱਲ ਕੀਤੀ ਕਿ ਬੇਟਾ ਕਿੱਥੇ ਆ, ਕੀ ਹਾਲ ਆ, ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਟਿਆਲੇ ਵਿੱਚ ਹਾਂ। ਤਾਂ ਅਚਾਨਕ ਉਹਨਾਂ ਦੇ ਮੂੰਹ ਦੇ ਵਿੱਚੋਂ ਜੋ 35 ਸਾਲਾਂ ਦੀ ਚੁੱਪੀ ਸੀ ਅਚਾਨਕ ਪਤਾ ਨਹੀਂ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਉਹਨਾਂ ਦੇ ਮੂੰਹ 'ਚੋਂ ਨਿਕਲਵਾਇਆ ਕਿ ਸ਼ਾਇਦ ਬੇਟਾ ਤੇਰੇ ਨਾਨਕੇ ਪਟਿਆਲਾ ਜ਼ਿਲ੍ਹੇ 'ਚ ਸੀ। ਜੀ ਜਦੋਂ ਅਸੀਂ ਉਹ ਪਿੰਡ ਫਾਈਂਡ ਆਊਟ ਕੀਤਾ ਆਪਣੀ ਟੀਮ ਦੇ ਨਾਲ ਆਪਾਂ ਪਹੁੰਚੇ ਬੋਹੜਪੁਰ ਪਿੰਡ ਦੇ ਵਿੱਚ ਤਾਂ ਲੱਭਣਾ ਬਹੁਤ ਮੇਰੇ ਲਈ ਉਦੋਂ ਔਖਾ ਮੈਨੂੰ ਲੱਗਾ ਕਿਉਂਕਿ ਬਿਨਾਂ ਨਾਮ ਕਿਸੇ ਤੋਂ ਅਸੀਂ ਕਿੱਦਾਂ ਲੱਭ ਸਕਦੇ ਹਾਂ ਕਿ ਕੌਣ ਸੀ ਮੇਰੀ ਫੈਮਿਲੀ। ਔਰ ਉਸ ਸਮੇਂ ਮੇਰੇ ਇੱਕ ਅੰਕਲ ਨੇ, ਮੇਰੇ ਤਾਇਆ ਜੀ ਜਿਨ੍ਹਾਂ ਨੂੰ ਜਿਹੜੇ ਮੇਰੇ ਮੰਮ ਡੈਡੀ ਦੇ ਵਿਆਹ 'ਤੇ ਸ਼ਾਇਦ ਗਏ ਸੀ ਔਰ ਮੇਰੇ ਨਾਲ ਉਹ ਪਿਛਲੇ 5-7 ਸਾਲਾਂ ਤੋਂ ਮੇਰੇ ਟੱਚ ਵਿੱਚ ਹਨ, ਤਾਂ ਉਹਨਾਂ ਨੂੰ ਮੈਂ ਕਾਲ ਕੀਤੀ ਕਿ ਮੈਂ ਆਪਣੇ ਨਾਨਕਿਆਂ ਦਾ ਪਿੰਡ ਜਿਹੜਾ ਉਹ ਲੱਭ ਚੁੱਕਾ ਹਾਂ ਤਾਂ ਪਲੀਜ਼ ਤੁਸੀਂ ਛੋਟੇ ਤੋਂ ਛੋਟਾ ਕਲਿਊ ਜਾਂ ਮੇਰੇ ਨਾਨੀ ਨਾਨੇ ਦਾ ਕੁਛ ਨਾਮ ਦੱਸ ਸਕਦੇ ਹੋ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਾਮ ਤਾਂ ਕਿਸੇ ਦਾ ਯਾਦ ਨਹੀਂ ਆ ਬਟ ਇੰਨਾ ਯਾਦ ਆ ਕਿ ਤੇਰੇ ਨਾਨਾ ਜੀ ਜਿਹੜੇ ਸਨ ਉਹਨਾਂ ਨੂੰ ਪੈਰਾਲਾਈਜ਼ ਹੋਇਆ ਸੀ ਔਰ ਉਹਨਾਂ ਦਾ ਜਿਹੜਾ ਫੇਸ ਆ ਉਹ ਇੱਕ ਸਾਈਡ ਨੂੰ ਹੋ ਚੁੱਕਾ ਸੀਗਾ। ਤਾਂ ਉਹ ਸਾਡੇ ਵਾਸਤੇ ਇੱਕ ਬੜਾ ਵੱਡਾ ਕਲਿਊ ਸਾਨੂੰ ਮਿਲ ਗਿਆ
ਔਰ ਮੈਂ ਅਚਾਨਕ ਉਸ ਪਿੰਡ ਦੇ ਕਿਸੇ ਬਜ਼ੁਰਗ ਕੋਲੋਂ ਸਿਰਫ ਇਹੀ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਪਿਛਲੇ 10 ਸਾਲ ਤੋਂ ਜਾਂ 5 ਸਾਲ ਤੋਂ ਜਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਕੋਈ ਇਹੋ ਜਿਹੇ ਬਜ਼ੁਰਗ ਹਨ ਕਿ ਜਿਨ੍ਹਾਂ ਨੂੰ ਪੈਰਾਲਾਈਜ਼ ਹੋਇਆ ਹੈ। ਤਾਂ ਮੈਂ ਅਜੇ ਗੱਲ ਕਰ ਹੀ ਰਿਹਾ ਸੀ ਤੇ ਉਹਨਾਂ ਨੇ ਇੱਕ ਸ਼ਖਸ ਦਾ ਨਾਮ ਲਿਆ, ਪ੍ਰੀਤਮ ਸਿੰਘ। ਤਾਂ ਸ਼ਾਇਦ ਉਹ ਮੇਰੇ ਨਾਨਾ ਜੀ ਹੀ ਸੀ। ਆਪਣੀ ਨਾਨੀ ਨੂੰ ਕੁਐਸਚਨ ਪੁੱਟ ਕਰ ਰਿਹਾ ਸੀ, ਜਦ ਕਿ ਮੈਂ ਚਾਹੁੰਦਾ ਸੀ ਕਿ ਮੈਂ ਆਪਣੀ ਨਾਨੀ ਦੇ ਇੱਕ ਵਾਰੀ ਗੱਲ ਜ਼ਰੂਰ ਲੱਗਾ, ਪਰ ਮੇਰੇ 'ਚ ਹਿੰਮਤ ਨਹੀਂ ਪੈ ਰਹੀ ਸੀ। ਔਰ ਜਦੋਂ ਮੈਂ ਆਪਣੀ ਨਾਨੀ ਨੂੰ ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਹਨ ਔਰ ਕਿਸ ਤਰ੍ਹਾਂ, ਉਹਨਾਂ ਨੇ ਦੱਸਿਆ ਕਿ ਮੇਰੀਆਂ 4 ਬੇਟੀਆਂ ਔਰ 1 ਬੇਟਾ ਆ। ਤਾਂ ਮੈਂ ਥੋੜ੍ਹਾ ਝਿਜਕਾਉਂਦੇ ਹੋਏ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਕੋਈ ਇਹੋ ਜਿਹੀ ਬੇਟੀ ਜਿਨ੍ਹਾਂ ਦਾ ਹਸਬੈਂਡ ਦੀ ਡੈਥ ਹੋ ਗਈ ਹੋਵੇ ਜਾਂ ਉਹਨਾਂ ਨੂੰ ਤੁਸੀਂ ਵਾਪਸ ਲਿਆਂਦਾ ਹੋਵੇ। ਤਾਂ ਪਹਿਲਾਂ ਤਾਂ ਉਹ ਥੋੜ੍ਹਾ ਘਬਰਾ ਕੇ, ਥੋੜ੍ਹਾ ਗੁੱਸੇ 'ਚ ਵੀ ਆਏ, ਤਾਂ ਫਿਰ ਉਹ ਨੋਰਮਲ ਹੋ ਕੇ ਜਦੋਂ ਮੈਨੂੰ ਉਹਨਾਂ ਨੇ ਪੁੱਛਿਆ ਮੇਰੀਆਂ ਅੱਖਾਂ ਵੱਲ ਦੇਖ ਕੇ, ਤਾਂ ਉਹਨਾਂ ਨੇ ਕਿਹਾ ਕਿ ਹਾਂ, ਇੱਕ ਸਾਡੀ ਬੇਟੀ ਸੀ ਜੋ ਹਰਿਆਣੇ ਦੇ ਵਿੱਚ ਉਹਨਾਂ ਦੀ ਮੈਰਿਜ ਹੋਈ ਸੀ। ਉਹਨਾਂ ਦੇ ਸਾਡੇ ਜਿਹੜੇ ਹਸਬੈਂਡ ਸੀਗੇ ਉਹਨਾਂ ਦੀ ਡੈਥ ਹੋ ਗਈ ਅਤੇ ਉਹਨਾਂ ਦਾ ਇੱਕ ਬੇਟਾ ਵੀ ਸੀ। ਤਾਂ ਮੈਂ ਪੁੱਛਿਆ ਕਿ ਉਸ ਬੇਟੇ ਦਾ ਨਾਮ ਪਲੀਜ਼ ਦੱਸ ਸਕਦੇ ਹੋ। ਤਾਂ ਉਹਨਾਂ ਨੇ ਮੇਰਾ ਜੋ ਨਿਕ ਨੇਮ ਸੀਗਾ ਸੋਨੂ, ਉਹਨਾਂ ਨੇ ਕਿਹਾ ਸੀ ਹਾਂ, ਇੱਕ ਸੋਨੂ ਪੁੱਤਰ ਸੀਗਾ ਸਾਡਾ ਜਿਹੜਾ ਉੱਥੇ ਰਹਿ ਗਿਆ। ਤਾਂ ਉਦੋਂ ਮਤਲਬ ਮੇਰੇ ਅੱਗੇ ਬਿਲਕੁਲ ਅੰਧੇਰਾ ਛਾ ਗਿਆ ਔਰ ਮੈਂ ਆਪਣੀ ਨਾਨੀ ਨੂੰ ਘੁੱਟ ਕੇ ਜੱਫੀ ਪਾਈ ਅਤੇ ਮੈਂ ਕਿਹਾ ਕਿ ਮੈਂ ਉਹ ਸੋਨੂ ਆ ਤੁਹਾਡੇ ਸਾਹਮਣੇ ਖੜ੍ਹਾ। ਮੇਰੀ ਮਾਂ ਜਿਹੜੀ ਹੈ, ਉਸ ਨੂੰ ਅਗਲੇ ਘਰ ਵੀ ਜਿਹੜੇ ਉਹ ਬਹੁਤ ਦੁੱਖ ਮਿਲੇ। ਉਹਨਾਂ ਦੀ ਲੱਤ ਵੀ ਜਿਹੜੀ ਹੈ ਟੁੱਟ ਚੁੱਕੀ ਸੀ, ਉਹ ਵਾਕਰ ਦੇ ਸਹਾਰੇ ਖੜ੍ਹੇ ਹੁੰਦੇ ਹਨ, ਉਹ ਤੁਰ ਨਹੀਂ ਸਕਦੇ। ਤਾਂ ਮੇਰੀ ਹੁਣ ਸਾਰੀ ਰਹਿੰਦੀ ਜ਼ਿੰਦਗੀ ਜਿਹੜੀ ਆ, ਉਹ ਮੈਂ ਚਾਹਾਂਗਾ ਮੈਂ ਆਪਣੀ ਮਾਂ ਦੀ ਜਿਹੜੀ ਉਹ ਇੱਥੇ ਲਿਆ ਕੇ ਸੇਵਾ ਕਰਾਂ ਔਰ 1-2 ਦਿਨ ਦੇ ਵਿੱਚ ਆਪਣੀ ਮਾਤਾ ਜੀ ਨੂੰ ਮੈਂ ਇੱਥੇ ਕੋਲ ਲੈ ਕੇ ਆ ਰਿਹਾ। ਮੇਰੇ ਘਰ ਦੇ ਵਿੱਚ ਮੇਰੀ ਵਾਈਫ ਆ, ਮੈਂ ਬੀਐਡ ਟੀਚਰ ਆ, ਕਰਮਜੀਤ ਕੌਰ, ਔਰ ਮੇਰੇ 2 ਬੱਚੇ ਹਨ, ਅਵਨੀਤ ਕੌਰ ਗੁੜੀਆ ਜੋ 9th 'ਚ ਪੜ੍ਹ ਰਹੀ ਹੈ ਔਰ ਬੇਟਾ ਆ 5th 'ਚ ਪੜ੍ਹ ਰਿਹਾ, ਮਨਜੋਤ ਸਿੰਘ। ਔਰ ਬਹੁਤ ਖੁਸ਼ ਨੇ ਉਹ ਵੀ ਕਿ ਮੇਰੀ ਵਾਈਫ ਨੂੰ ਇੱਕ ਦੂਸਰੀ ਮਾਂ, ਸਾਸੂ ਮਾਂ ਦੇ ਰੂਪ ਵਿੱਚ ਮਿਲੀ ਹੈ ਔਰ ਮੇਰੇ ਬੱਚਿਆਂ ਨੂੰ ਉਹਨਾਂ ਦੀ ਦਾਦੀ ਮਿਲੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਜੀ ਆਇਆਂ ਨੂੰ। ਜਗਜੀਤ ਜੀ, ਸਭ ਤੋਂ ਪਹਿਲੇ ਤੇ ਸਾਡੇ ਵੱਲੋਂ, ਸਾਡੇ ਚੈਨਲ ਵੱਲੋਂ ਬਹੁਤ ਤੁਹਾਨੂੰ ਮੁਬਾਰਕਾਂ ਕਿ ਪਰਮਾਤਮਾ ਨੇ ਜੋ ਇੱਕ 35 ਸਾਲ ਬਾਅਦ ਮਾਤਾ ਜੀ ਨੂੰ ਮਿਲਾਇਆ ਤੁਹਾਡੇ ਨਾਲ, ਕਿਉਂਕਿ 1 ਸੈਕਿੰਡ ਵੀ ਬੱਚਾ ਜਿਹੜਾ ਹੈਗਾ ਮਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ ਬੈਸਟ ਵਿਸ਼ੇਸ ਦੇਣ ਵਾਸਤੇ। ਸੋ ਇਹ ਜਿਹੜੀ ਸਟੋਰੀ ਹੈ ਸਾਰੀ ਮੇਰੀ, ਉਹ ਤਕਰੀਬਨ ਤੁਸੀਂ ਸਾਰਿਆਂ ਨੇ ਸੁਣੀ ਹੈ। ਔਰ ਅਸਲ ਦੇ ਵਿੱਚ ਜਦੋਂ ਮੈਂ 6 ਮੰਥ ਦਾ ਸੀ ਤਾਂ ਮੇਰੇ ਦਾਦਾ ਜੀ ਹਰਿਆਣਾ ਪੁਲਿਸ 'ਚ ਜੋਬ ਕਰਦੇ ਸੀਗੇ ਔਰ ਉਹ ਵੀ ਭਰਤੀ ਪੰਜਾਬ ਪੁਲਿਸ ਦੇ ਸੀ। ਔਰ ਜਦੋਂ ਹਰਿਆਣਾ ਔਰ ਪੰਜਾਬ ਦੀ ਵੰਡ ਹੁੰਦੀ ਹੈ ਤਾਂ ਉਹਨਾਂ ਦਾ ਨੰਬਰ ਸਾਡਾ ਜਿਹੜਾ ਆ ਦਾਦਾ ਜੀ ਦਾ, ਉਹ ਹਰਿਆਣਾ ਪੁਲਿਸ 'ਚ ਆ ਜਾਂਦਾ। ਤਾਂ ਉਸ ਤੋਂ ਬਾਅਦ ਮੇਰੇ ਮੰਮੀ ਪਾਪਾ ਦੀ ਜਿਹੜੀ ਮੈਰਿਜ ਆ ਉਹ ਉੱਥੇ ਹੀ ਹਰਿਆਣੇ ਦੇ ਵਿੱਚ ਹੁੰਦੀ ਹੈ। ਮੇਰਾ ਬਰਥ ਵੀ ਹਰਿਆਣੇ ਦਾ ਹੈ, ਕਰਨਾਲ ਮਧੂਬਨ ਦਾ। ਔਰ ਜਦੋਂ ਮੈਂ ਪੈਦਾ ਹੁੰਦਾ ਆ, ਮੈਂ 6 ਮੰਥ ਦਾ ਸੀ ਔਰ ਮੇਰੇ ਫਾਦਰ ਸਾਹਿਬ ਦੀ ਐਕਸੀਡੈਂਟ ਕਰਕੇ ਜਿਹੜੀ ਉਹ ਮੌਤ ਹੋ ਜਾਂਦੀ ਹੈ। ਔਰ ਮੇਰੀ ਮਾਂ ਜਿਹੜੀ, ਕਿਉਂਕਿ ਇਹ ਸਾਰੀ ਸਟੋਰੀ ਮੈਨੂੰ ਹੁਣ ਪਤਾ ਲੱਗੀ ਹੈ ਕੁਝ ਹੀ ਸਾਲਾਂ ਤੋਂ। ਔਰ ਜਿਹੜੀ ਮੇਰੀ ਮਾਂ ਸੀ ਉਹ ਮੈਨੂੰ 1 ਸਾਲ ਤੱਕ ਆਪਣਾ ਦੁੱਧ ਵੀ ਪਿਲਾਇਆ ਉਸ ਮਾਂ ਨੇ ਔਰ 2-3 ਸਾਲ ਤੱਕ ਮੇਰੇ ਨਾਲ ਰਹੀ, ਮੈਨੂੰ ਪਾਲਿਆ। ਔਰ ਘਰ ਦੇ ਵਿੱਚ ਕੁਛ ਐਸੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ, ਸ਼ਾਇਦ ਉਸ ਗੱਲਾਂ ਦਾ ਮੈਨੂੰ ਇਲਮ ਨਹੀਂ ਹੈਗਾ, ਕਿਉਂਕਿ ਜਿਨ੍ਹਾਂ ਨੂੰ ਪਤਾ ਸੀਗਾ ਉਹ ਵੀ ਇਸ ਦੁਨੀਆ 'ਤੇ ਹੁਣ ਨਹੀਂ ਰਹੇ। ਔਰ ਜਦੋਂ 3-4 ਸਾਲ ਦੇ ਸੀ ਔਰ ਮੇਰੇ ਨਾਨਕਾ ਪਰਿਵਾਰ ਔਰ ਮੇਰੇ ਦਾਦਕਾ ਪਰਿਵਾਰ, ਉਹਨਾਂ ਦਾ ਆਪਸ ਦੇ ਵਿੱਚ ਕੀ ਸਮਝੌਤਾ ਹੋਇਆ ਇਹ ਉਹੀ ਜਾਣਦੇ ਹਨ। ਔਰ ਕਈ ਕਾਰਨਾਂ ਕਰਕੇ ਪਤਾ ਨਹੀਂ ਇਹੋ ਜਿਹਾ ਕੀ ਕਾਰਨ ਬਣਿਆ ਕਿ ਮੇਰੀ ਮਾਂ ਨੂੰ ਮੈਨੂੰ ਛੱਡ ਕੇ ਜਾਣਾ ਪਿਆ। ਤਾਂ ਉਸ ਤੋਂ ਬਾਅਦ ਦਿਨ ਬੀਤਦੇ ਹਨ ਔਰ ਮੇਰੇ ਦਾਦੀ ਔਰ ਦਾਦਾ ਜੀ ਮੈਨੂੰ ਪਾਲ ਪੋਸ ਕੇ ਵੱਡਾ ਕਰਦੇ। ਜਦੋਂ ਰਿਟਾਇਰਮੈਂਟ ਹੁੰਦੀ ਹੈ ਤਾਂ ਅਸੀਂ ਸਿੱਧੇ ਇੱਥੇ ਪੰਜਾਬ 'ਚ ਆ ਕੇ ਵਸ ਜਾਂਦੇ ਹਾਂ, ਕਾਦੀਆਂ ਸ਼ਹਿਰ 'ਚ। ਔਰ ਮੈਂ 10ਵੀਂ ਤੱਕ ਆਪਣੇ ਦਾਦੀ ਔਰ ਦਾਦੇ ਜੀ ਨੂੰ ਆਪਣਾ ਪੇਰੈਂਟਸ ਜਿਹੜਾ ਉਹ ਮੰਨਦਾ ਹਾਂ, ਕਿਉਂਕਿ ਉਹਨਾਂ ਨੇ ਮੈਨੂੰ ਹਰ ਖੁਸ਼ੀ ਦਿੱਤੀ ਹੈ। ਇੱਥੋਂ ਤੱਕ ਪਹੁੰਚਾਉਣ ਤੱਕ ਉਹਨਾਂ ਦਾ ਬੜਾ ਵੱਡਾ ਹੱਥ ਆ। ਔਰ 10ਵੀਂ ਤੱਕ ਉਹਨਾਂ ਨੇ ਮੈਨੂੰ ਪਾਲ ਪੋਸ਼ ਕੇ ਵੱਡਾ ਜਦੋਂ ਕੀਤਾ, ਤਾਂ ਉਸ ਤੋਂ ਬਾਅਦ ਅਚਾਨਕ 10ਵੀਂ ਦੇ ਵਿੱਚ ਮੈਂ 10ਵੀਂ ਕਲੀਅਰ ਕੀਤੀ ਤਾਂ ਮੇਰੇ ਦਾਦੀ ਜੀ ਦੀ ਮੌਤ ਹੋ ਗਈ ਔਰ ਉਹ ਮੇਰਾ ਸਾਥ ਛੱਡ ਗਏ। ਔਰ ਉਸ ਤੋਂ ਉਪਰੰਤ ਜਦੋਂ ਮੈਂ +1 ਦੇ ਵਿੱਚ ਸੀਗਾ, ਘਰ ਦੇ ਵਿੱਚ ਸਟਰਗਲ ਕਾਫੀ ਹੋ ਗਿਆ, ਕਿਉਂਕਿ ਆਪ ਖਾਣਾ ਬਣਾਉਣਾ, ਸਟੱਡੀ ਵੀ ਕਰਨੀ। ਔਰ ਦਾਦਾ ਜੀ ਵੀ ਹੈਂਡੀਕੈਪ ਸੀ, ਉਹਨਾਂ ਦੀ ਵੀ ਸੇਵਾ ਸੰਭਾਲ ਦਾ ਮੈਨੂੰ ਕਾਫੀ ਗੁਰੂ ਸਾਹਿਬ ਨੇ ਮੌਕਾ ਦਿੱਤਾ। ਔਰ ਉਸ ਤੋਂ ਬਾਅਦ ਜਦੋਂ ਮੈਂ ਘਰ ਮੇਨਟੇਨ ਕਰਨਾ ਖੁਦ ਸ਼ੁਰੂ ਕੀਤਾ ਤਾਂ ਮੈਨੂੰ ਘਰ ਦੇ ਵਿੱਚੋਂ ਕੁਝ ਐਲਬਮਸ ਲੱਭਦੀਆਂ ਨੇ ਪੁਰਾਣੀਆਂ, ਔਰ ਉਹ ਕਿਸੇ ਦੇ ਮੈਰਿਜ ਦੀਆਂ ਐਲਬਮ ਸੀ। ਤਾਂ ਮੈਨੂੰ ਪਹਿਲਾਂ ਵੀ 10ਵੀਂ ਤੱਕ ਕਿਤੇ ਨਾ ਕਿਤੇ ਡਾਊਟ ਹੁੰਦਾ ਆ ਰਿਹਾ ਸੀ ਕਿ ਸ਼ਾਇਦ ਮਤਲਬ ਮੇਰੇ ਫਰੈਂਡਸ ਦੇ ਜਿਹੜੇ ਪੇਰੈਂਟਸ ਨੇ ਉਹ ਥੋੜ੍ਹੇ ਯੰਗ ਲੱਗਦੇ ਔਰ ਮੇਰੇ ਜਿਹੜੇ ਪੇਰੈਂਟਸ ਸੀ ਉਹ ਥੋੜ੍ਹੇ ਓਲਡ ਸੀਗੇ। ਤਾਂ ਮੈਨੂੰ ਕਿਤੇ ਨਾ ਕਿਤੇ ਥੋੜ੍ਹਾ ਡਾਊਟ ਉਹ ਚੀਜ਼ ਦਾ ਆਉਂਦਾ ਰਿਹਾ।
ਤਾਂ ਅਚਾਨਕ ਮੇਰੀ ਜਿਹੜੀ ਉਹ ਐਲਬਮ ਸੀ ਉਹ ਮੈਂ ਆਪਣੇ ਦਾਦਾ ਜੀ ਨੂੰ ਦਿਖਾਈਆਂ ਔਰ ਉਹਨਾਂ ਨੂੰ ਪੁੱਛਿਆ ਕਿ ਇਹ ਕੌਣ ਹਨ। ਤਾਂ ਉਹਨਾਂ ਨੇ ਉਸ ਸਮੇਂ ਮੈਨੂੰ ਗੱਲ 'ਚ ਲੈ ਕੇ ਮੈਨੂੰ ਦੱਸਿਆ ਕਿ ਇਹ ਤੇਰੇ ਮਦਰ ਔਰ ਫਾਦਰ ਸੀ, ਜਿਨ੍ਹਾਂ ਦੀ ਕਾਰ ਐਕਸੀਡੈਂਟ 'ਚ ਮੌਤ ਹੋ ਗਈ ਸੀ। ਔਰ ਮਤਲਬ ਕਿ ਉਹਨਾਂ ਨੇ ਮੈਨੂੰ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਮੇਰੀ ਮਾਂ ਅਜੇ ਵੀ ਇਸ ਦੁਨੀਆ 'ਤੇ ਜ਼ਿੰਦਾ ਹੈ। ਤਾਂ ਉਦੋਂ ਫਿਰ ਮੈਨੂੰ ਇੱਕ ਵਾਰੀ ਬਹੁਤ ਵੱਡਾ ਜ਼ਿੰਦਗੀ ਦਾ ਝਟਕਾ ਲੱਗਿਆ ਕਿ ਮਤਲਬ ਮੇਰੇ ਫਾਦਰ ਔਰ ਮਦਰ ਜਿਹੜੇ ਉਹ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਹਨ। ਜਗਜੀਤ ਜੀ, ਮੈਨੂੰ ਇੱਕ ਚੀਜ਼ ਦੱਸੋ ਕਿ ਜਦੋਂ ਇਹ ਸਾਰਾ ਤੁਹਾਨੂੰ ਦੱਸ ਰਹੀ ਸੀ, ਉਦੋਂ ਤੁਹਾਡੀ ਕਿੰਨੀ ਉਮਰ ਸੀ? ਔਰ ਜਦੋਂ ਤੁਹਾਨੂੰ ਪਤਾ ਲੱਗਾ ਤੇ ਉਦੋਂ ਕਿੰਨੀ ਉਮਰ ਸੀ? ਮੇਬੀ ਮੈਂ 10th ਦੇ ਵਿੱਚ ਤੁਹਾਨੂੰ ਦੱਸ ਰਿਹਾ ਕਿ ਮੈਂ ਉਦੋਂ ਮਤਲਬ ਕਿ ਮੈਨੂੰ ਪਤਾ ਚੱਲਿਆ ਕਿ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ ਹੈ। +1 ਦੇ ਵਿੱਚ ਕੋਈ ਆਈ ਥਿੰਕ 18-19 ਸਾਲ ਦੀ ਏਜ ਹੋਏਗੀ। ਤਾਂ ਉਸ ਸਮੇਂ ਮੈਨੂੰ ਪਤਾ ਚੱਲਿਆ ਕਿ ਮਤਲਬ ਮੇਰੇ ਫਾਦਰ ਔਰ ਮਦਰ ਦੀ ਡੈਥ ਹੋ ਗਈ ਹੈ, ਲੇਕਿਨ ਇਹ ਨਹੀਂ ਸੀ ਪਤਾ ਕਿ ਮੇਰੀ ਮਾਂ ਅਜੇ ਵੀ ਇਸ ਦੁਨੀਆ 'ਤੇ ਹੈ। ਤਾਂ ਉਸ ਤੋਂ ਬਾਅਦ ਜਦੋਂ ਸਮਾਂ ਬੀਤਦਾ ਆ ਔਰ ਮੇਰੇ ਦਾਦਾ ਜੀ ਜਿਹੜੇ ਸਨ ਉਹ ਵੀ ਬਜ਼ੁਰਗ ਹੋਣ ਕਰਕੇ ਬੈੱਡ 'ਤੇ ਪੈ ਗਏ ਔਰ ਉਹਨਾਂ ਦੀ ਵੀ 2014 ਦੇ ਵਿੱਚ ਜਿਹੜੀ ਉਹ ਡੈਥ ਹੋ ਜਾਂਦੀ ਹੈ। ਲੇਕਿਨ ਉਹ ਦਾਦਾ ਜੀ ਦੀ ਡੈਥ ਹੋਣ ਤੋਂ ਪਹਿਲਾਂ ਮੇਰੀ ਮੈਰਿਜ ਵੀ ਹੋ ਜਾਂਦੀ ਹੈ, ਮੇਰੇ 2 ਬੱਚੇ ਸੀ। ਔਰ ਮੈਂ ਜਦੋਂ ਖੁਦ ਸਰਵਾਈਵ ਕਰਨਾ ਸ਼ੁਰੂ ਕੀਤਾ ਤਾਂ ਕੀਰਤਨ ਦੀ ਦੁਨੀਆ ਦੇ ਵਿੱਚ ਮੇਰਾ ਕਾਫੀ ਨਾਮ ਬਣਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਸਾਰਾ ਪਰਿਵਾਰ ਸਾਰਾ ਵਧੀਆ ਚੱਲ ਰਿਹਾ ਸੀਗਾ ਸਿਸਟਮ। ਤਾਂ ਅਚਾਨਕ ਜਦੋਂ ਮੈਂ ਖੁਦ ਮੈਚਿਓਰ ਹੁੰਦਾ ਹਾਂ ਤਾਂ ਮੈਨੂੰ ਕੁਝ ਰਿਸ਼ਤੇਦਾਰਾਂ ਪਾਸੋਂ ਜਾਂ ਕੁਝ ਇਹੋ ਜਿਹੇ ਕਲਿਊ ਮਿਲਣੇ ਸ਼ੁਰੂ ਹੋਏ ਕਿ ਮੈਨੂੰ ਮੇਰੀ ਪੁਰਾਣੀ ਸਟੋਰੀ ਜਿਹੜੀ ਆ ਉਹ ਦੁਬਾਰਾ ਪਤਾ ਲੱਗੀ ਕਿ ਮੇਰੇ ਸਿਰਫ ਪਿਤਾ ਜੀ ਦੀ ਮੌਤ ਹੋਈ ਸੀ ਔਰ ਕੁਝ ਕਾਰਨਾਂ ਕਰਕੇ ਮੇਰੀ ਮਾਂ ਜਿਹੜੀ ਆ ਉਹ ਮੇਰੇ ਤੋਂ ਵਿਛੜ ਗਈ। ਫਿਰ ਮੈਨੂੰ ਰੀਸੈਂਟਲੀ ਪਿਛਲੇ 5-7 ਸਾਲਾਂ ਤੋਂ ਇਸ ਚੀਜ਼ ਦਾ ਪਤਾ ਲੱਗਾ ਕਿ ਮੇਰੀ ਮਾਂ ਅਜੇ ਵੀ ਇਸ ਦੁਨੀਆ 'ਤੇ ਹੈ ਕਿਤੇ। ਜਗਜੀਤ ਜੀ, ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਤੁਹਾਡੇ ਮਦਰ ਹੈਗੇ ਨੇ ਔਰ ਇੱਕਦਮ ਬੰਦਾ ਸ਼ੌਕ ਵੀ ਲੱਗਦਾ ਹੈ ਕਿ ਮੈਂ ਇੰਨੇ ਸਾਲ ਜਿਹੜਾ ਹੈਗਾ ਆਪਣੀ ਮਾਂ ਤੋਂ ਵਾਂਝਾ ਰਿਹਾ, ਮਾਂ ਦੇ ਪਿਆਰ ਤੋਂ ਵਾਂਝਾ ਰਿਹਾ ਵਾਂ। ਔਰ ਇੱਕ ਉਹ ਉਧਰ ਮਾਂ ਵੀ ਹੀ ਕਿ ਕਹਿੰਦੇ ਨੇ ਕਿ ਮਾਂ ਵਾਸਤੇ ਚਾਹੇ ਧੀ ਹੈ ਚਾਹੇ ਪੁੱਤ ਹੈ, ਉਹ ਬਰਾਬਰ ਦੇ ਹੁੰਦੇ ਨੇ। ਔਰ ਕਦੀ ਉਹ ਤੁਹਾਡੇ ਬਾਰੇ ਵੀ ਸੋਚਦੇ ਹੋਣਗੇ। ਬਿਲਕੁਲ ਜੀ, ਮਤਲਬ ਮੈਂ ਕਹਿ ਸਕਦਾ ਹਾਂ ਕਿ ਹਰ ਕਿਸੇ ਦੀ ਮਾਂ ਜਿਹੜੀ ਆ ਉਹ ਇੱਕ ਵਾਰੀ ਮਰਦੀ ਆ। ਮੇਰੀ 5 ਵਾਰੀ ਮਾਂ ਮਰੀ ਆ ਮੈਨੂੰ, ਕਿਉਂਕਿ ਲਾਈਫ 'ਚ ਇੰਨੇ ਵੱਡੇ ਝਟਕੇ ਜਿਹੜੇ ਆਉਂਦੇ ਰਹੇ ਆ। ਜਦੋਂ ਮੈਨੂੰ ਪਤਾ ਚੱਲਿਆ ਕਿ ਹਾਂ ਮੇਰੀ ਮਾਂ ਇਸ ਦੁਨੀਆ 'ਤੇ ਹੈ ਤਾਂ ਮੈਂ ਆਪਣੇ ਕਿਉਂਕਿ ਜਦੋਂ ਤੱਕ ਮੈਨੂੰ ਉਸ ਰਾਜ਼ ਦਾ ਪਤਾ ਚੱਲਿਆ ਕਿ ਮੇਰੀ ਮਾਂ ਇਸ ਦੁਨੀਆ 'ਤੇ ਹੈ ਜਾਂ ਮੇਰੀ ਲਾਈਫ ਦੇ ਨਾਲ ਕੀ ਸਟੋਰੀ ਜਿਹੜੀ ਕ੍ਰੀਏਟ ਹੋਈ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮੇਰੇ ਦਾਦੀ ਦਾਦਾ ਔਰ ਜਿਹੜੇ ਇਸ ਰਾਜ਼ ਨੂੰ ਜਾਣਦੇ ਸੀ, ਮੇਰੇ ਤਾਈ ਤਾਇਆ ਜੀ, ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ। ਤਾਂ ਉਹ ਮੇਰੇ ਵਾਸਤੇ ਬਹੁਤ ਔਖਾ ਇੱਕ ਸਮਾਂ ਰਿਹਾ ਕਿ ਮੈਂ ਆਪਣੀ ਸਰਚ ਦੇ ਵਿੱਚ ਰਿਹਾ। ਮੇਰੇ ਦੋਸਤ ਮਿੱਤਰ ਵੀ ਮੈਨੂੰ ਕਹਿੰਦੇ ਰਹੇ ਕਿ ਅਸੀਂ ਤੁਹਾਡੀ ਮਾਂ ਨੂੰ ਆਪਣਾ ਸਰਚ ਦੇ ਵਿੱਚ ਤੁਹਾਡੇ ਨਾਲ ਕਿਤੇ ਨਾ ਕਿਤੇ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬਟ ਮੈਨੂੰ ਅਜੇ ਕੁਛ ਵੀ ਕਿਉਂਕਿ ਨਾ ਮੇਰੇ ਨਾਨਕੇ ਪਰਿਵਾਰ ਦਾ ਮੈਨੂੰ ਕੁਛ ਪਤਾ ਸੀ ਨਾਮ, ਔਰ ਮੇਰੇ ਵਾਸਤੇ ਉਹ ਬਹੁਤ ਸਮਾਂ ਜਿਹੜਾ ਔਖਾ ਬਤੀਤ ਹੋ ਰਿਹਾ ਸੀ। ਜਿਸ ਤਰ੍ਹਾਂ ਕਿ ਸਾਨੂੰ ਪਤਾ ਚੱਲਿਆ ਕਿ ਤੁਸੀਂ ਬਹੁਤ ਸਾਰੀਆਂ NGO ਦੇ ਨਾਲ ਵੀ ਵਰਕ ਕਰ ਰਹੇ ਜੇ, ਲੋਕਾਂ ਦੀ ਸੇਵਾ ਕਰ ਰਹੇ ਜੇ। ਔਰ ਜਿੱਥੋਂ ਤੱਕ ਲੱਗਦਾ ਕਿ ਉਹ ਸੇਵਾ ਦਾ ਫਲ ਜਿਹੜਾ ਕਹਿੰਦੇ ਕਿ ਸਭ ਕੁਝ ਇੱਥੇ ਹੀ ਹੈ, ਕਹਿ ਦਿੰਦੇ ਕਿ ਅੱਗੇ ਜਾ ਕੇ ਪਤਾ ਲੱਗਦਾ, ਲੇਕਿਨ ਇੱਕ ਤੁਹਾਡੀ ਵੀ ਜਿਹੜੀ ਇਸ ਤਰ੍ਹਾਂ ਦੀ ਇੱਕ ਪਰਿਵਾਰਕ ਕਹਾਣੀ ਬਣ ਗਈ ਹੈ ਕਿ ਸਭ ਕੁਝ ਇੱਥੇ ਹੀ ਹੈ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਗਰ ਖਾਸ ਕਰਕੇ ਸੰਗਤ ਦੀ ਸੇਵਾ ਕਰ ਰਹੇ ਜੇ ਔਰ ਉਹਦੀ ਬਦੌਲਤ ਹੀ ਤੁਸੀਂ ਦੁਬਾਰਾ ਆਪਣੀ ਮਾਂ ਨੂੰ ਮਿਲ ਪਾਏ। ਜੀ ਬਿਲਕੁਲ ਜੀ, ਸੇਵਾ ਦਾ ਫਲ ਸਾਨੂੰ ਜ਼ਰੂਰ ਮਿਲਦਾ ਆ। ਮੇਵਾ ਜਿਹੜਾ ਗੁਰੂ ਸਾਹਿਬ ਉਹ ਨਾਲ ਮੈਨੂੰ ਦਿੱਤਾ ਵੀ ਹੈ ਔਰ ਦਿੰਦੇ ਆ ਵੀ ਰਹੇ ਆ। ਔਰ ਮੈਂ ਉਹ ਸਾਰੇ ਸਿਆਣਾਂ ਦਾ ਕਹਿਣਾ ਹੈ ਕਿ ਕਰਮ ਕਰੋ ਔਰ ਆਪਣੇ ਆਪ ਤੁਹਾਡਾ ਜਿਹੜਾ ਉਹ ਸੇਵਾ ਜਿਹੜੀ ਹੈ ਤੁਹਾਡੇ ਅੱਗੇ ਆਉਂਦੀ ਹੈ। ਔਰ ਗੁਰੂ ਸਾਹਿਬ ਨੇ ਮੈਨੂੰ ਵੀ ਸੇਵਾ ਦਾ ਫਲ ਜਿਹੜਾ ਉਹ ਨਾਲ ਅੱਜ ਤੱਕ ਦਿੱਤਾ ਆ ਔਰ ਦਿੰਦੇ ਆ ਰਹੇ ਆ ਔਰ ਸਾਰਿਆਂ ਨੂੰ ਦਿੰਦੇ ਆ। ਤਾਂ ਇੱਕ ਵਾਰ ਦੀ ਗੱਲ ਹੈ ਕਿ ਮੈਂ 10-15 ਸਾਲ ਪਹਿਲਾਂ ਰੋਡ ਦੇ ਉੱਤੇ ਜਾ ਰਿਹਾ ਸੀ ਤਾਂ ਇੱਕ ਭੈਣ ਜਿਹੜੀ ਆ ਉਹ ਐਕਸੀਡੈਂਟ ਕਾਰਨ ਰੋਡ ਦੇ ਉੱਤੇ ਉਹਦੀ ਬਲੀਡਿੰਗ ਹੋ ਰਹੀ ਸੀ ਫੇਸ ਦੇ ਵਿੱਚ, ਔਰ ਕੋਈ ਵੀ ਉਸਨੂੰ ਚੁੱਕਣ ਦੀ ਕੋਸ਼ਿਸ਼ ਨਹੀਂ ਸੀ ਕਰ ਰਿਹਾ। ਔਰ ਮੈਨੂੰ ਕਿਸੇ ਨੇ ਬੁਲਾਇਆ, ਮੈਂ ਉਦੋਂ ਵਾਈਟ ਕੱਪੜੇ ਹੀ ਪਾਏ ਸੀ ਔਰ ਉਸ ਲੇਡੀ ਨੂੰ ਚੁੱਕ ਕੇ ਹੌਸਪੀਟਲ ਦੇ ਵਿੱਚ ਲੈ ਕੇ ਗਿਆ। ਤਾਂ ਇੱਥੇ ਸਾਡੇ ਕਾਦੀਆਂ ਦੇ ਵਿੱਚ ਇੰਨਾ ਉਸ ਚੀਜ਼ ਦਾ ਟਰੀਟਮੈਂਟ ਨਹੀਂ ਸੀ ਔਰ ਫਸਟ ਏਡ ਉਹਨੂੰ ਦਿੱਤੀ ਔਰ ਡਾਕਟਰ ਨੇ ਕਿਹਾ ਕਿ ਇਸ ਲੇਡੀਜ਼ ਨੂੰ ਜਿਹੜਾ ਆ ਇਹਨਾਂ ਦਾ ਆਪਰੇਟ ਹੋਣਾ ਆ, ਹਾਲਤ ਜਿਹੜੀ ਉਹ ਜ਼ਿਆਦਾ ਖ਼ਰਾਬ ਹੈ, ਇਸ ਕਰਕੇ ਇਹਨਾਂ ਨੂੰ ਰੈਫਰ ਅੰਮ੍ਰਿਤਸਰ ਕਰਨਾ ਪਏਗਾ। ਤਾਂ ਮੇਰੀ ਉਦੋਂ ਨਿਊ ਮੈਰਿਜ ਹੋਈ ਸੀ, ਮੇਰੇ ਘਰ ਵੀ ਕੁਛ ਆਪਣੇ ਨਹੀਂ ਪਤਾ ਲੱਗਾ ਔਰ ਮੈਂ ਉਸ ਲੇਡੀ ਨੂੰ ਲੈ ਕੇ ਅੰਮ੍ਰਿਤਸਰ ਜਦੋਂ ਲੈ ਕੇ ਹੌਸਪੀਟਲ 'ਚ ਜਾਂਦਾ ਹਾਂ ਤਾਂ ਉਦੋਂ ਉਸ ਹੌਸਪੀਟਲ ਦੇ ਵਿੱਚ ਜਦੋਂ ਪਤਾ ਚੱਲਦਾ ਆ ਕਿ ਇਹ ਲੇਡੀਜ਼ ਕੌਣ ਆ, ਉਹਨਾਂ ਦਾ ਰਾਤ ਆਪਰੇਟ ਹੋਣਾ ਸੀਗਾ। ਤਾਂ ਮੈਂ ਉਹਨਾਂ ਨੂੰ ਫਸਟ ਵਾਰ ਉਦੋਂ ਆਪਣਾ ਬਲੱਡ ਉਹਨਾਂ ਨੂੰ ਦਿੱਤਾ
ਔਰ ਰਾਤ ਉਹਨਾਂ ਦਾ ਆਪਰੇਟ ਹੋਇਆ। ਆਪਰੇਟ ਦੇ ਦੌਰਾਨ ਸਵੇਰ ਤੱਕ ਪਤਾ ਚੱਲ ਗਿਆ ਸੀ ਉਹ ਲੇਡੀ ਕਿੱਥੋਂ ਦੇ ਨੇ। ਔਰ ਜਦੋਂ ਸਮਾਂ ਬੀਤਿਆ, ਮੈਂ ਆਪਣੇ ਘਰ ਆਇਆ ਵਾਪਸ, ਤਾਂ ਮੈਨੂੰ ਘਰੋਂ ਝਿੜਕਾਂ ਵੀ ਪਈਆਂ ਕਿ ਤੂੰ ਰਾਤ ਕਿੱਥੇ ਸੀਗਾ ਔਰ ਤੇਰੇ ਕੱਪੜੇ ਜਿਹੜੇ ਆ ਉਹ ਬਲੱਡ ਨਾਲ ਲਿਬੜੇ ਹੋਏ ਆ। ਤਾਂ ਸਮਾਂ ਬੀਤਿਆ, 10 ਸਾਲ ਬੀਤੇ, ਔਰ ਅਚਾਨਕ ਮੈਂ ਕਿਸੇ ਸਟੇਜ ਦੇ ਉੱਤੇ ਕੀਰਤਨ ਕਰ ਰਿਹਾ ਸੀ ਔਰ ਇੱਕ ਲੇਡੀਜ਼ ਮੇਰੇ ਕੋਲ ਕੀਰਤਨ ਦੀ ਸਮਾਪਤੀ ਤੋਂ ਬਾਅਦ ਮੇਰੇ ਕੋਲ ਆ ਕੇ ਮੈਨੂੰ ਆਪਣੀਆਂ ਬਾਹਾਂ 'ਚ ਲੈ ਕੇ ਰੋਣ ਲੱਗ ਜਾਂਦੀ ਹੈ। ਤਾਂ ਮੈਂ ਉਹ ਸੰਗਤ ਵੀ ਹੈਰਾਨ ਹੁੰਦੀ ਹੈ, ਮੈਂ ਵੀ ਹੈਰਾਨ। ਮੈਂ ਸ਼ਾਇਦ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਮੇਰਾ ਜਿਹੜਾ ਸ਼ਬਦ ਆ ਕੋਈ ਉਹ ਹਾਰਟ ਟੱਚਿੰਗ ਲੱਗਾ ਆ, ਜਿਹਦਾ ਕਰਕੇ ਇਹਨਾਂ ਨੇ ਮੈਨੂੰ ਹੱਗ ਕੀਤਾ ਆ। ਬਟ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਉਹ ਲੇਡੀਜ਼ ਦੀਆਂ ਅੱਖਾਂ 'ਚ ਹੰਝੂ ਸੀ ਔਰ ਉਹ ਕਹਿ ਰਹੇ ਸੀ ਕਿ ਮੈਂ ਉਹ ਤੇਰੀ ਭੈਣ ਆ ਜਿਹਦੀ ਤੂੰ ਅੱਜ ਤੋਂ 10 ਸਾਲ ਪਹਿਲਾਂ ਜਾਨ ਬਚਾਈ ਸੀ। ਤਾਂ ਉਹ ਮੇਰੇ ਵਾਸਤੇ ਜਿਹੜੀ ਉਹ ਉਸ ਭੈਣ ਦੀ ਅਸੀਸ ਸੀ, ਉਹ ਲੱਖਾਂ ਕਰੋੜਾਂ ਵਰਗੀ ਸੀ। ਉਸ ਦੇ ਅੱਗੇ ਕੋਈ ਵੀ ਦੁਨਿਆਵੀ ਚੀਜ਼ ਜਿਹੜੀ ਹੈ ਉਹ ਮਾਇਨੇ ਨਹੀਂ ਰੱਖਦੀ। ਸੋ ਇਹਨਾਂ ਕਾਰਨਾਂ ਕਰਕੇ ਫਿਰ ਮੈਂ ਉਸ ਤੋਂ ਬਾਅਦ ਸੋਸ਼ਲ ਵਰਕ ਦੇ ਵਿੱਚ ਜਿਹੜਾ ਕਾਫੀ ਕਈ ਮਾਵਾਂ ਦੇ ਨਾਲ ਜਿਹੜਾ ਕਈ ਬੱਚੇ ਜਿਹੜੇ ਆ ਉਹ ਆਪਣੀਆਂ ਮਾਵਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਜਾਂਦੇ ਨਾ, ਜਾਂ ਕਈਆਂ ਮਾਵਾਂ ਦੇ ਆਪਰੇਟ ਹੋਣੇ ਆ। ਫਿਰ ਇਸ ਕਰਕੇ ਉਹ ਮੇਰਾ ਕਾਫੀ ਜਿਹੜਾ ਧਿਆਨ ਆ ਉਹ ਸੋਸ਼ਲ ਵਰਕ ਵਿੱਚ ਜ਼ਿਆਦਾ ਪੈ ਗਿਆ। ਕਿਸ ਤਰ੍ਹਾਂ ਤੁਹਾਨੂੰ ਸਾਰਾ ਇਹ ਸਬੱਬ ਬਣਿਆ ਸੀ ਜਦੋਂ ਤੁਸੀਂ ਮਾਤਾ ਜੀ ਨੂੰ ਮਿਲੇ ਸੀ? ਕਿਸ ਤਰ੍ਹਾਂ ਮਿਲੇ ਔਰ ਕਿਸ ਤਰ੍ਹਾਂ ਪਤਾ ਲੱਗਾ, ਕਿਸ ਤਰ੍ਹਾਂ ਉਹਨਾਂ ਦੇ ਪਿੰਡ ਬਾਰੇ ਪਤਾ ਲੱਗਾ? ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਇਸ ਬਾਰੇ ਵੀ ਜਾਣੂ ਕਰਵਾਓ। ਜੀ, ਪਿਛਲੇ ਦਿਨੀ 19 ਤਰੀਕ ਨੂੰ ਜਦੋਂ ਅਸੀਂ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ ਫਲੱਡ ਜਿਹੜਾ ਉਹ ਚੱਲ ਰਿਹਾ, ਪਾਣੀ ਦੀ ਮਾਰ ਹੇਠ ਆਇਆ ਹੈ, ਔਰ ਉਸੇ ਦੌਰਾਨ ਸਾਡੀਆਂ ਟੀਮਾਂ ਖਾਲਸਾ ਏਡ ਦੀਆਂ ਔਰ ਭਾਈ ਘਨੱਈਆ ਜੀ NGO ਵੱਲੋਂ ਅਸੀਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਸੀਗੇ ਰੈਸਕਿਊ ਟੀਮ ਦੇ ਨਾਲ। ਔਰ ਉਸੇ ਦੌਰਾਨ ਮੇਰੀ ਭੂਆ ਜੀ ਦਾ ਮੈਨੂੰ ਫੋਨ ਆਉਂਦਾ ਆ। ਉਹ ਭੂਆ ਜੀ ਨੇ ਮੈਨੂੰ ਪੁੱਛਿਆ, ਵੈਸੇ ਨੋਰਮਲ ਉਹਨਾਂ ਨੇ ਗੱਲ ਕੀਤੀ ਕਿ ਬੇਟਾ ਕਿੱਥੇ ਆ, ਕੀ ਹਾਲ ਆ? ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਟਿਆਲੇ ਵਿੱਚ ਹਾਂ। ਤਾਂ ਅਚਾਨਕ ਉਹਨਾਂ ਦੇ ਮੂੰਹ ਦੇ ਵਿੱਚੋਂ ਜੋ 35 ਸਾਲਾਂ ਦੀ ਚੁੱਪੀ ਸੀ, ਅਚਾਨਕ ਪਤਾ ਨਹੀਂ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਉਹਨਾਂ ਦੇ ਮੂੰਹ 'ਚੋਂ ਨਿਕਲਵਾਇਆ ਕਿ ਸ਼ਾਇਦ ਬੇਟਾ ਤੇਰੇ ਨਾਨਕੇ ਪਟਿਆਲਾ ਜ਼ਿਲ੍ਹੇ 'ਚ ਸੀ। ਤਾਂ ਉਸ ਸਮੇਂ ਮੈਨੂੰ ਬਹੁਤ ਇੱਕ ਮਤਲਬ ਖੁਸ਼ੀ ਵੀ ਮਹਿਸੂਸ ਹੋਈ ਅਤੇ ਮੈਂ ਹੈਰਾਨ ਵੀ ਹੋ ਗਿਆ ਕਿ ਇਹ ਮੈਂ ਕੀ ਸੁਣ ਰਿਹਾ। ਤਾਂ ਅਚਾਨਕ ਫਿਰ ਮੈਂ ਆਪਣੀ ਭੂਆ ਜੀ ਨੂੰ ਦੁਬਾਰਾ ਕੁਐਸਚਨ ਪੁੱਟ ਕੀਤਾ ਕਿ ਪਲੀਜ਼ ਜੇ ਤੁਹਾਨੂੰ ਕਿਸੇ ਪਿੰਡ ਦਾ ਨਾਮ ਪਤਾ ਆ ਪਟਿਆਲੇ ਦਾ ਮੇਰੇ ਨਾਨਕੇ ਦਾ, ਤਾਂ ਤੁਸੀਂ ਦੱਸ ਸਕਦੇ ਹੋ। ਤਾਂ ਕਾਫੀ ਲੰਬਾ ਸਮਾਂ ਹੋ ਚੁੱਕਾ ਸੀਗਾ, ਉਹਨਾਂ ਨੂੰ ਸ਼ਾਇਦ ਪਿੰਡ ਦਾ ਨਾਮ ਚੰਗੀ ਤਰ੍ਹਾਂ ਯਾਦ ਨਹੀਂ ਸੀ। ਤਾਂ ਉਹਨਾਂ ਨੇ ਇੱਕ ਦੋ ਪਿੰਡ ਦੇ ਨਾਮ ਲਏ ਕਿ ਬੋਧਪੁਰ ਜਾਂ ਬੋਹੜਪੁਰ। ਤਾਂ ਉਸੇ ਟਾਈਮ ਮੇਰੇ ਨਾਲ ਜਿਹੜੇ ਫਰੈਂਡ ਸੀਗੇ ਉਹਨਾਂ ਨੂੰ ਮੈਂ ਪੁੱਛਿਆ, ਤਾਂ ਉਹਨਾਂ ਨੇ ਦੱਸਿਆ ਕਿ ਹਾਂਜੀ, ਬੋਹੜਪੁਰ ਪਿੰਡ ਇੱਕ ਪਟਿਆਲਾ ਤੋਂ ਰਾਜਪੁਰਾ ਰੋਡ 'ਤੇ ਹੈ, ਜਿੱਥੇ ਆਪਾਂ ਖੜ੍ਹੇ ਹਾਂ ਉੱਥੋਂ 10 ਕਿਲੋਮੀਟਰ ਦੀ ਦੂਰੀ 'ਤੇ। ਤਾਂ ਇਸ ਤਰ੍ਹਾਂ ਮੈਨੂੰ ਉਸ ਪਿੰਡ ਦਾ ਸ਼ਾਇਦ ਪਤਾ ਲੱਗ ਚੁੱਕਾ ਸੀ। ਜਦੋਂ ਤੁਸੀਂ ਉਹ ਪਿੰਡ ਪਹੁੰਚੇ, ਕਿਸ ਤਰ੍ਹਾਂ ਸਾਰਾ ਤੁਸੀਂ ਆਪਣੇ ਮਾਤਾ ਜੀ ਤੱਕ ਪਹੁੰਚੇ? ਔਰ ਅਸੀਂ ਦੇਖਿਆ ਕਿ ਉੱਥੋਂ ਦਾ ਜਿਹੜਾ ਦ੍ਰਿਸ਼ ਸੀ, ਮਤਲਬ ਇੱਕ ਚੰਗਾ ਭਲਾ ਬੰਦਾ ਵੀ ਇਹ ਕਹਿੰਦਾ ਕਿ ਉਹ ਵੀਡੀਓ ਦੇਖ ਕੇ ਆਪਣੇ ਹੰਝੂ ਸੁੱਟਣ ਤੋਂ ਨਹੀਂ ਰਹਿ ਸਕਦਾ। ਹਾਂਜੀ, ਜਦੋਂ ਅਸੀਂ ਉਹ ਪਿੰਡ ਫਾਈਂਡ ਆਊਟ ਕੀਤਾ ਆਪਣੀ ਟੀਮ ਦੇ ਨਾਲ, ਆਪਾਂ ਪਹੁੰਚੇ ਬੋਹੜਪੁਰ ਪਿੰਡ ਦੇ ਵਿੱਚ। ਤਾਂ ਲੱਭਣਾ ਬਹੁਤ ਮੇਰੇ ਲਈ ਉਦੋਂ ਔਖਾ ਮੈਨੂੰ ਲੱਗਾ, ਕਿਉਂਕਿ ਬਿਨਾਂ ਨਾਮ ਕਿਸੇ ਤੋਂ ਅਸੀਂ ਕਿੱਦਾਂ ਲੱਭ ਸਕਦੇ ਹਾਂ ਕਿ ਕੌਣ ਸੀ ਮੇਰੀ ਫੈਮਿਲੀ। ਔਰ ਉਸ ਸਮੇਂ ਮੇਰੇ ਇੱਕ ਅੰਕਲ ਨੇ, ਮੇਰੇ ਤਾਇਆ ਜੀ, ਜਿਹੜੇ ਮੇਰੇ ਮੰਮੀ ਡੈਡੀ ਦੇ ਵਿਆਹ 'ਤੇ ਸ਼ਾਇਦ ਗਏ ਸੀ ਔਰ ਮੇਰੇ ਨਾਲ ਉਹ ਪਿਛਲੇ 5-7 ਸਾਲਾਂ ਤੋਂ ਮੇਰੇ ਟੱਚ ਵਿੱਚ ਹਨ। ਤਾਂ ਉਹਨਾਂ ਨੂੰ ਮੈਂ ਕਾਲ ਕੀਤੀ ਕਿ ਮੈਂ ਆਪਣੇ ਨਾਨਕਿਆਂ ਦਾ ਪਿੰਡ ਜਿਹੜਾ ਉਹ ਲੱਭ ਚੁੱਕਾ ਹਾਂ, ਤਾਂ ਪਲੀਜ਼ ਤੁਸੀਂ ਛੋਟੇ ਤੋਂ ਛੋਟਾ ਕਲਿਊ ਜਾਂ ਮੇਰੇ ਨਾਨੀ ਨਾਨੇ ਦਾ ਕੁਛ ਨਾਮ ਦੱਸ ਸਕਦੇ ਹੋ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਨਾਮ ਤਾਂ ਕਿਸੇ ਦਾ ਯਾਦ ਨਹੀਂ ਆ, ਬਟ ਇੰਨਾ ਯਾਦ ਆ ਕਿ ਤੇਰੇ ਨਾਨਾ ਜੀ ਜਿਹੜੇ ਸਨ ਉਹਨਾਂ ਨੂੰ ਪੈਰਾਲਾਈਜ਼ ਹੋਇਆ ਸੀ ਔਰ ਉਹਨਾਂ ਦਾ ਜਿਹੜਾ ਫੇਸ ਆ ਉਹ ਇੱਕ ਸਾਈਡ ਨੂੰ ਹੋ ਚੁੱਕਾ ਸੀਗਾ। ਤਾਂ ਉਹ ਸਾਡੇ ਵਾਸਤੇ ਇੱਕ ਬੜਾ ਵੱਡਾ ਕਲਿਊ ਸਾਨੂੰ ਮਿਲ ਗਿਆ। ਔਰ ਮੈਂ ਅਚਾਨਕ ਉਸ ਪਿੰਡ ਦੇ ਕਿਸੇ ਬਜ਼ੁਰਗ ਕੋਲੋਂ ਸਿਰਫ ਇਹੀ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਪਿਛਲੇ 10 ਸਾਲ ਤੋਂ ਜਾਂ 5 ਸਾਲ ਤੋਂ ਜਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਕੋਈ ਇਹੋ ਜਿਹੇ ਬਜ਼ੁਰਗ ਹਨ ਕਿ ਜਿਨ੍ਹਾਂ ਨੂੰ ਪੈਰਾਲਾਈਜ਼ ਹੋਇਆ ਹੈ? ਤਾਂ ਮੈਂ ਅਜੇ ਗੱਲ ਕਰ ਹੀ ਰਿਹਾ ਸੀ ਅਤੇ ਉਹਨਾਂ ਨੇ ਇੱਕ ਸ਼ਖਸ ਦਾ ਨਾਮ ਲਿਆ, ਪ੍ਰੀਤਮ ਸਿੰਘ। ਤਾਂ ਸ਼ਾਇਦ ਉਹ ਮੇਰੇ ਨਾਨਾ ਜੀ ਹੀ ਸੀ। ਔਰ ਮੈਂ ਕਾਫੀ ਹੱਦ ਤੱਕ ਅਸੀਂ ਸਾਰੇ ਖੁਸ਼ ਹੋਏ। ਔਰ ਜਦੋਂ ਉਹਨਾਂ ਦੇ ਘਰ ਫਾਈਂਡ ਆਊਟ ਕੀਤਾ ਤਾਂ ਉਹਨਾਂ ਨੇ ਦੱਸਿਆ ਸੀ ਕਿ ਘਰ ਦੇ ਵਿੱਚ ਸਿਰਫ ਬਜ਼ੁਰਗ ਔਰਤ ਯਾਨੀ ਕਿ ਮੇਰੇ ਨਾਨੀ ਜੀ ਰਹਿ ਰਹੇ ਸੀ। ਔਰ ਅਸੀਂ ਉਸ ਘਰ ਦੇ ਵਿੱਚ ਪਹੁੰਚੇ, ਇੱਕ ਬਜ਼ੁਰਗ ਔਰਤ ਬਾਹਰ ਆਉਂਦੇ ਹਨ, ਉਹ ਮੇਰੇ ਨਾਨੀ ਹੀ। ਅਤੇ ਉਹਨਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਈ, ਉਹਨਾਂ ਨੂੰ ਕਿਹਾ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਅਤੇ ਉਹਨਾਂ ਨੇ ਅੰਦਰ ਬਿਠਾਇਆ ਔਰ ਮੇਰੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਜਦੋਂ ਆਏ ਤਾਂ ਉਹਨਾਂ ਨੇ ਪਾਣੀ ਦਾ ਗਲਾਸ ਹੱਥ ਵਿੱਚ ਫੜਾ ਕੇ ਮੈਨੂੰ ਕਿਹਾ ਕਿ ਸ਼ਾਇਦ ਬੇਟਾ ਮੈਂ ਤੈਨੂੰ ਕਿਤੇ ਦੇਖਿਆ ਲੱਗਦਾ। ਤਾਂ ਉਸ ਸਮੇਂ ਮਤਲਬ ਮੇਰੀਆਂ ਅੱਖਾਂ ਦੇ ਵਿੱਚ ਪੂਰੇ ਹੰਝੂ ਭਰ ਆਏ ਸੀ ਔਰ ਮੈਂ ਆਪਣੀ ਨਾਨੀ ਨੂੰ ਕੁਐਸਚਨ ਪੁੱਟ ਕਰ ਰਿਹਾ ਸੀ, ਜਦ ਕਿ ਮੈਂ ਚਾਹੁੰਦਾ ਸੀ ਕਿ ਮੈਂ ਆਪਣੀ ਨਾਨੀ ਦੇ ਇੱਕ ਵਾਰੀ ਗੱਲ ਜ਼ਰੂਰ ਲੱਗਾ, ਪਰ ਮੇਰੇ 'ਚ ਹਿੰਮਤ ਨਹੀਂ ਪੈ ਰਹੀ ਸੀ। ਔਰ ਜਦੋਂ ਮੈਂ ਆਪਣੀ ਨਾਨੀ ਨੂੰ ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਹਨ ਔਰ ਕਿਸ ਤਰ੍ਹਾਂ, ਉਹਨਾਂ ਨੇ ਦੱਸਿਆ ਕਿ ਮੇਰੀਆਂ 4 ਬੇਟੀਆਂ ਔਰ 1 ਬੇਟਾ ਆ। ਤਾਂ ਮੈਂ ਥੋੜ੍ਹਾ ਝਿਜਕਾਉਂਦੇ ਹੋਏ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਕੋਈ ਇਹੋ ਜਿਹੀ ਬੇਟੀ ਜਿਨ੍ਹਾਂ ਦਾ ਹਸਬੈਂਡ ਦੀ ਡੈਥ ਹੋ ਗਈ ਹੋਵੇ ਜਾਂ ਉਹਨਾਂ ਨੂੰ ਤੁਸੀਂ ਵਾਪਸ ਲਿਆਂਦਾ ਹੋਵੇ? ਤਾਂ ਪਹਿਲਾਂ ਤਾਂ ਉਹ ਥੋੜ੍ਹਾ ਘਬਰਾ ਕੇ, ਥੋੜ੍ਹਾ ਗੁੱਸੇ 'ਚ ਵੀ ਆਏ, ਤਾਂ ਫਿਰ ਉਹ ਨੋਰਮਲ ਹੋ ਕੇ ਜਦੋਂ ਮੈਨੂੰ ਉਹਨਾਂ ਨੇ ਪੁੱਛਿਆ ਮੇਰੀਆਂ ਅੱਖਾਂ ਵੱਲ ਦੇਖ ਕੇ,
ਤਾਂ ਉਹਨਾਂ ਨੇ ਕਿਹਾ ਕਿ ਹਾਂ ਇੱਕ ਸਾਡੀ ਬੇਟੀ ਸੀ ਜੋ ਹਰਿਆਣੇ ਦੇ ਵਿੱਚ ਉਹਨਾਂ ਦੀ ਮੈਰਿਜ ਹੋਈ ਸੀ, ਉਹਨਾਂ ਦੇ ਸਾਡੇ ਜਿਹੜੇ ਹਸਬੈਂਡ ਸੀਗੇ ਉਹਨਾਂ ਦੀ ਡੈਥ ਹੋ ਗਈ ਅਤੇ ਉਹਨਾਂ ਦਾ ਇੱਕ ਬੇਟਾ ਵੀ ਸੀ। ਤਾਂ ਮੈਂ ਪੁੱਛਿਆ ਕਿ ਉਸ ਬੇਟੇ ਦਾ ਨਾਮ ਪਲੀਜ਼ ਦੱਸ ਸਕਦੇ ਹੋ? ਤਾਂ ਉਹਨਾਂ ਨੇ ਮੇਰਾ ਜੋ ਨਿਕ ਨੇਮ ਸੀਗਾ ਸੋਨੂ, ਉਹਨਾਂ ਨੇ ਕਿਹਾ ਸੀ ਹਾਂ ਇੱਕ ਸੋਨੂ ਪੁੱਤਰ ਸੀਗਾ ਸਾਡਾ ਜਿਹੜਾ ਉੱਥੇ ਰਹਿ ਗਿਆ। ਤਾਂ ਉਦੋਂ ਮਤਲਬ ਮੇਰੇ ਅੱਗੇ ਬਿਲਕੁਲ ਅੰਧੇਰਾ ਛਾ ਗਿਆ ਔਰ ਮੈਂ ਆਪਣੀ ਨਾਨੀ ਨੂੰ ਘੁੱਟ ਕੇ ਜੱਫੀ ਪਾਈ ਅਤੇ ਮੈਂ ਕਿਹਾ ਕਿ ਮੈਂ ਉਹ ਸੋਨੂ ਆ ਤੁਹਾਡੇ ਸਾਹਮਣੇ ਖੜ੍ਹਾ। ਤਾਂ ਸੇਮ ਉਹੀ ਸੀਨ ਜਿਹੜਾ ਤੁਸੀਂ ਸੋਸ਼ਲ ਮੀਡੀਆ 'ਤੇ ਮੇਰੀ ਮਾਂ ਨੇ ਮਿਲਾਪ ਦਾ ਦੇਖਿਆ, ਉਹੀ ਸੀਨ ਮੇਰੀ ਨਾਨੀ ਨੂੰ ਮਿਲਣ ਦਾ ਸੀਗਾ ਉਸ ਟਾਈਮ। ਮਾਤਾ ਜੀ ਜਿਸ ਤਰ੍ਹਾਂ ਤੁਹਾਡੇ ਨਾਲ ਮਿਲੇ ਸੀ ਉਦੋਂ, ਉਹ ਅਸੀਂ ਸਭ ਨੇ ਵੇਖਿਆ ਵੀ ਹੈ, ਔਰ ਕਿਉਂਕਿ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਯੁੱਗ ਹੈ। ਔਰ ਕੀ ਹੁਣ ਅੱਗੇ ਤੁਸੀਂ ਕੀ ਪਲਾਨ ਕੀਤਾ? ਮਾਤਾ ਜੀ ਨੂੰ ਕਿਹਾ ਕਿ ਤੁਸੀਂ ਘਰ ਆ ਜਾਓ, ਜਾਂ ਉਹਨਾਂ ਵੱਲੋਂ ਕੀ ਰਿਐਕਸ਼ਨ ਸੀ? ਜੀ ਜਦੋਂ ਮੈਂ ਆਪਣੀ ਮਾਤਾ ਜੀ ਨੂੰ ਮਿਲਿਆ ਤਾਂ ਉਹ ਇੱਕ ਤਾਂ ਦੁੱਖ ਜਿਹੜਾ ਸੀ ਤੁਸੀਂ ਦੇਖਿਆ ਸਾਰਿਆਂ ਨੇ ਵੀ ਇੰਨਾ ਰੋਣਾ ਇਸ ਚੀਜ਼ ਦਾ ਸੀ ਕਿ ਆਪਾਂ 35 ਸਾਲ ਬਾਅਦ ਇੱਕ ਦੂਸਰੇ ਨੂੰ ਪਹਿਲੀ ਵਾਰ ਮਿਲ ਰਹੇ ਸੀ। ਦੂਸਰਾ ਦੁੱਖ ਜਿਹੜਾ ਸੀ ਉਹ ਇਸ ਚੀਜ਼ ਦਾ ਸੀ ਕਿ ਮੇਰੀ ਮਾਂ ਜਿਹੜੀ ਹੈ ਉਸ ਨੂੰ ਅਗਲੇ ਘਰ ਵੀ ਜਿਹੜੇ ਉਹ ਬਹੁਤ ਦੁੱਖ ਮਿਲੇ। ਉਹਨਾਂ ਦੀ ਲੱਤ ਵੀ ਜਿਹੜੀ ਹੈ ਟੁੱਟ ਚੁੱਕੀ ਸੀ, ਉਹ ਵਾਕਰ ਦੇ ਸਹਾਰੇ ਖੜ੍ਹੇ ਹੁੰਦੇ ਹਨ, ਉਹ ਤੁਰ ਨਹੀਂ ਸਕਦੇ। ਤਾਂ ਮੇਰੀ ਹੁਣ ਸਾਰੀ ਰਹਿੰਦੀ ਜ਼ਿੰਦਗੀ ਜਿਹੜੀ ਆ ਉਹ ਮੈਂ ਚਾਹਾਂਗਾ ਮੈਂ ਆਪਣੀ ਮਾਂ ਦੀ ਜਿਹੜੀ ਉਹ ਇੱਥੇ ਲਿਆ ਕੇ ਸੇਵਾ ਕਰਾਂ, ਔਰ 1-2 ਦਿਨ ਦੇ ਵਿੱਚ ਆਪਣੀ ਮਾਤਾ ਜੀ ਨੂੰ ਮੈਂ ਇੱਥੇ ਕੋਲ ਲੈ ਕੇ ਆ ਰਿਹਾ। ਅਸੀਂ ਅੱਜ ਹੀ ਸ਼ਾਮ ਨੂੰ ਸਾਰੀ ਪਲੈਨਿੰਗ ਕਰਕੇ ਜਿਸ ਤਰ੍ਹਾਂ ਮਾਤਾ ਜੀ ਨੂੰ ਲੈ ਕੇ ਆਉਣਾ ਸਾਰਾ ਅਸੀਂ ਅੱਜ ਸ਼ਾਮ ਨੂੰ ਪਲਾਨ ਪੂਰਾ ਕਰਾਂਗੇ ਔਰ ਪੂਰੇ ਵਧੀਆ ਤਰੀਕੇ ਨਾਲ ਮਾਣ ਸਤਿਕਾਰ ਦੇ ਨਾਲ ਆਪਣੀ ਮਾਤਾ ਜੀ ਨੂੰ ਆਪਣੇ ਗ੍ਰਹਿ 'ਚ ਪ੍ਰਵੇਸ਼ ਕਰਾਵਾਂਗੇ। ਪਰਿਵਾਰ ਦੇ ਵਿੱਚ ਕੌਣ ਹੈ? ਔਰ ਜਿਸ ਤਰ੍ਹਾਂ ਕਿ ਕਹਿੰਦੇ ਨੇ ਕਿ ਘਰ ਦੇ ਵਿੱਚ ਨੂੰਹ ਦਾ ਪ੍ਰਵੇਸ਼ ਅਸੀਂ ਹੁੰਦਾ ਵੇਖਿਆ, ਲੇਕਿਨ ਇਹ 35 ਸਾਲ ਬਾਅਦ ਜਿਹੜਾ ਹੈਗਾ ਮਾਤਾ ਜੀ ਦਾ ਪ੍ਰਵੇਸ਼ ਹੈ, ਇਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਬਹੁਤ ਇੱਕ ਅਨੋਖੀ ਘਟਨਾ ਹੈ ਜਿਹੜੀ, ਕਿਉਂਕਿ ਮੇਰੀ ਲਾਈਫ ਪੂਰੀ ਇੱਦਾਂ ਫਿਲਮੀ ਇੱਕ ਸਟੋਰੀ ਦਾ ਰੂਪ ਲੈ ਚੁੱਕੀ ਹੈ। ਔਰ ਮੇਰੇ ਘਰ ਦੇ ਵਿੱਚ ਮੇਰੀ ਵਾਈਫ ਆ, MA BEd ਟੀਚਰ ਆ ਕਰਮਜੀਤ ਕੌਰ, ਔਰ ਮੇਰੇ 2 ਬੱਚੇ ਹਨ, ਅਵਨੀਤ ਕੌਰ ਗੁੜੀਆ ਜੋ 9th 'ਚ ਪੜ੍ਹ ਰਹੀ ਹੈ, ਔਰ ਬੇਟਾ ਆ 5th 'ਚ ਪੜ੍ਹ ਰਿਹਾ ਮਨਜੋਤ ਸਿੰਘ। ਔਰ ਬਹੁਤ ਖੁਸ਼ ਨੇ ਉਹ ਵੀ ਕਿ ਮੇਰੀ ਵਾਈਫ ਨੂੰ ਇੱਕ ਦੂਸਰੀ ਮਾਂ, ਸਾਸੂ ਮਾਂ ਦੇ ਰੂਪ ਵਿੱਚ ਮਿਲੀ ਹੈ, ਔਰ ਮੇਰੇ ਬੱਚਿਆਂ ਨੂੰ ਉਹਨਾਂ ਦੀ ਦਾਦੀ ਮਿਲੀ ਹੈ। ਸਾਰੇ ਰਿਸ਼ਤੇ ਨਵੇਂ ਹਨ। ਅੱਗੋਂ ਗੁਰੂ ਸਾਹਿਬ ਦੀ ਜਿਸ ਤਰ੍ਹਾਂ ਹੁਕਮ ਹੋਵੇਗਾ ਉਹ ਮੇਰੇ ਕੋਲ, ਸਾਡੇ ਪਰਿਵਾਰ ਕੋਲ ਸਾਡੀ ਮਾਤਾ ਦੀ ਜਿਹੜੀ ਉਹ ਸੇਵਾ ਲੈਣਗੇ। ਜਗਜੀਤ ਜੀ, ਬਹੁਤ ਸਾਰੀਆਂ ਗੱਲਾਂ ਅਸੀਂ ਕੀਤੀਆਂ ਨੇ, ਔਰ ਜਿਸ ਤਰ੍ਹਾਂ ਕਿ ਹੁਣ ਮਾਤਾ ਜੀ ਨੇ ਵੀ ਘਰ ਆ ਜਾਣਾ, ਕੀ ਇੱਕ ਮੈਸੇਜ ਖਾਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਦੇਵੋਗੇ, ਔਰ ਕੀ ਇੱਕ ਮੈਸੇਜ ਜਾਏਗਾ? ਦੇਖੋ, ਸਭ ਤੋਂ ਵੱਡਾ ਮੈਸੇਜ ਤਾਂ ਜਿਹੜਾ ਮਾਂ ਪੁੱਤ ਦਾ ਜਿਹੜਾ ਪਿਆਰ ਦਾ ਮੈਸੇਜ ਆਏਗਾ ਕਿ ਕਈਆਂ ਕਾਰਨਾਂ ਕਰਕੇ ਕਈਆਂ ਪਰਿਵਾਰਾਂ ਦੇ ਵਿੱਚ ਇਹੋ ਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ, ਬਟ ਆਪਣੇ ਕਿਸੇ ਨਿੱਜੀ ਸਵਾਰਥ ਕਰਕੇ ਕਦੀ ਵੀ ਇਹੋ ਜਿਹਾ ਕੰਮ ਨਾ ਕਰੋ ਕਿ ਕੋਈ ਮਾਂ ਆਪਣੇ ਪੁੱਤ ਔਰ ਪੁੱਤ ਆਪਣੀ ਮਾਂ ਦੇ ਨਾਲੋਂ ਵਿਛੜ ਸਕੇ। ਸੋ ਕਿਰਪਾ ਕਰਕੇ ਸਾਰੇ ਰਿਸ਼ਤੇ ਜਿਹੜੇ ਉਹ ਬੰਨ੍ਹ ਕੇ ਰੱਖਣੇ ਚਾਹੀਦੇ ਹਨ। ਸਾਰਿਆਂ ਨੂੰ ਆਪੋ ਆਪਣਾ ਪਿਆਰ ਦਿਓ, ਖੁਸ਼ ਰਹੋ, ਸਦਾ ਚੜ੍ਹਦੀ ਕਲਾ ਵਿੱਚ ਰਹੋ।